नमस्कार सेहत दे इस खास प्रोग्राम में दर्शकों का बहुत बहुत स्वागत। मैं डॉक्टर नरेश बटला। प्यारे दर्शकों, शायद ही कोई ऐसा व्यक्ति होएगा जिसने शुगर की तकलीफ का नाम ना सुनिया होवे। तकरीबन हर घर दे विच कोई ना कोई शुगर का मरीज़ जरूर होंदा है, तो कोई ना कोई मरीज़ इंसुलिन का टीका भी लगवा रहा होंदा है। ये शुगर की तकलीफ की है, इस बारे अज असीं विस्तार नाल गलबात करांगे। इस विषय की वधेरी जानकारी लई अज तुहाडी मुलाकात करावांगे डॉक्टर SS ढिंगरा नाल। डॉक्टर SS ढिंगरा जिहड़े एक सीनियर फिजिशियन हैं, पिछले 23-24 सालों तो मैਡੀਸਨ की प्रैक्टिस कर रहे हैं तो अमेरिकन डायबिटिक एसोसीएशन के मैंबर भी हैं। तो आओ उन्होंने मुलाकात करते हैं। डॉक्टर ढिंगरा, इस सेहत के खास प्रोग्राम में तुहाडा बहुत बहुत स्वागत। हाँ जी, थैंक यू जी, सत श्री अकाल जी। डॉक्टर ढिंगरा, साडे दर्शकों को सब तो पहला तुसीं ये दसो कि जिहड़ी शुगर की तकलीफ है ये किस तरह की तकलीफ है, ਆਪਾਂ किस तरह किसी मरीज़ ਨੂੰ ਲੇਬਲ ਕਰਾਂਗੇ ਕਿ ਉਹਨੂੰ ਸ਼ੂਗਰ ਦੀ ਤਕਲੀਫ ਹੈ? देखो इस तरह है, ਸ਼ੂਗਰ ਦਾ ਇੰਗਲਿਸ਼ ਵਰਡ ਹੁੰਦਾ ਹੈ ਡਾਇਬੀਟੀਜ਼ ਮੈਲਿਟਸ। ਇਹ ਇੱਕ ਗ੍ਰੀਕ ਵਰਡ ਤੋਂ ਬਣਿਆ ਹੈ ਜਿਹਨੂੰ ਅਸੀਂ ਕਹਿੰਦੇ ਆ ਡਾਇਬੀਟੀਜ਼ ਦਾ ਮਤਲਬ ਹੁੰਦਾ ਸਾਈਫਨ ਤੇ ਮੈਲਿਟਸ ਦਾ ਮਤਲਬ ਹੁੰਦਾ ਪਾਸ ਥਰੂ ਸਵੀਟ। ਸੋ ਕੋਈ ਮਿੱਠੀ ਚੀਜ਼ ਜਦੋਂ ਪਾਸ ਹੋ ਰਹੀ ਹੈ ਯੂਰਿਨ ਦੇ ਵਿੱਚੋਂ, ਜਦੋਂ ਸ਼ੂਗਰ ਨਿਕਲਦੀ ਸੀ ਉਸ ਜ਼ਮਾਨੇ ਦੇ ਵਿੱਚ ਉਹਨੂੰ ਡਾਇਬੀਟੀਜ਼ ਮੈਲਿਟਸ ਕਿਹਾ ਜਾਂਦਾ ਹੈ। ਜਦੋਂ ਸਾਡੇ ਬਲੱਡ ਦੇ ਵਿੱਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ ਨੋਰਮਲ ਰੇਂਜ ਦੇ ਵਿੱਚੋਂ, ਉਹਨੂੰ ਅਸੀਂ ਡਾਇਬੀਟੀਜ਼ ਜਾਂ ਸ਼ੂਗਰ ਦੀ ਬਿਮਾਰੀ ਕਹਿੰਦੇ ਹਾਂ। डॉक्टर साहब, शुगर की तकलीफ आप देखा कि बहुत ज़्यादा कॉमन है, लेकिन किहड़े ऐसे मरीज़ होंगे जिहड़े बहुत ज़्यादा इसनूं प्रोन होंदे है, जिन्हां शुगर होने का चांस बहुत ज़्यादा होता है? देखो इस तरह है, ਸ਼ੂਗਰ ਬੇਸਿਕਲੀ ਦੋ ਤਰ੍ਹਾਂ ਦੀ ਬਿਮਾਰੀ ਹੁੰਦੀ ਹੈ। ਉਹਦੀਆਂ ਦੋ ਟਾਈਪਸ ਹੁੰਦੀਆਂ, ਇੱਕ ਹੁੰਦੀ ਟਾਈਪ 1 ਡਾਇਬੀਟੀਜ਼, ਇੱਕ ਟਾਈਪ 2 ਡਾਇਬੀਟੀਜ਼। ਟਾਈਪ 1 ਡਾਇਬੀਟੀਜ਼ ਜਿਹੜੀ ਹੈ ਉਹ ਬੱਚਿਆਂ ਦੇ ਵਿੱਚ ਪਾਈ ਜਾਂਦੀ ਹੈ, ਜਿਹੜੇ ਅਰਾਊਂਡ 33% ਉਹਨਾਂ ਨੂੰ ਫੈਮੀਲੀਅਲ ਮਿਲਦੀ ਹੈ, ਕਿਉਂਕਿ ਇਹਦੇ ਵਿੱਚ ਸਾਡਾ ਇਨਸੂਲਿਨ, ਪੈਂਕਰੀਅਸ ਇੱਕ ਆਰਗਨ ਹੁੰਦਾ ਪੇਟ ਦੇ ਵਿੱਚ ਜਿਹੜਾ ਇਨਸੂਲਿਨ ਬਣਾਉਂਦਾ ਹੈ। ਜਦੋਂ ਇਨਸੂਲਿਨ ਦੀ ਮਾਤਰਾ ਘਟ ਜਾਂਦੀ ਹੈ ਸ਼ੂਗਰ ਵੱਧ ਜਾਂਦੀ ਹੈ। ਸੋ ਇਹ ਬੱਚਿਆਂ ਦੇ ਵਿੱਚ 33% ਬੱਚਿਆਂ ਦੇ ਵਿੱਚ ਉਹਦੇ ਪੈਂਕਰੀਅਸ ਇਨਸੂਲਿਨ ਨਹੀਂ ਬਣਾਉਂਦੇ, ਸੋ ਸ਼ੂਗਰ ਜ਼ਿਆਦਾ ਰਹਿੰਦੀ ਹੈ। ਸੋ ਬਚਪਨ ਤੋਂ ਉਹਨਾਂ ਨੂੰ ਸ਼ੂਗਰ ਹੁੰਦੀ ਹੈ। ਕੁਝ ਹੋਰ ਬੱਚਿਆਂ ਨੂੰ ਕੋਈ ਇਨਫੈਕਸ਼ਨਸ ਆ ਜਾਂਦੀਆਂ, ਕੋਈ ਵਾਇਰਲ ਇਨਫੈਕਸ਼ਨਸ ਆ ਜਾਂਦੀਆਂ, ਪਲੱਸ ਉਹਨਾਂ ਦਾ ਮੋਟਾਪਾ ਉਹਨਾਂ ਨੂੰ ਡਾਇਬੀਟੀਜ਼ ਦਿੰਦਾ ਹੈ, ਉਹਨਾਂ ਨੂੰ ਸਾਨੂੰ ਇਨਸੂਲਿਨ ਦੇਣੀ ਪੈਂਦੀਆਂ ਨੇ। ਦੂਸਰੀ ਹੁੰਦੀ ਹੈ ਜੀ ਟਾਈਪ 2 ਡਾਇਬੀਟੀਜ਼, ਜੋ 90% ਲੋਕਾਂ 'ਚ ਅਸੀਂ ਆਮ ਦੇਖਦੇ ਹਾਂ, ਅਸੀਂ ਸੁਣਦੇ ਹਾਂ, ਜੋ ਅਡਲਟਸ ਦੇ ਵਿੱਚ ਪਾਈ ਜਾਂਦੀ ਹੈ 25-30 ਸਾਲ ਤੋਂ ਵੱਡੇ ਅਡਲਟਸ ਦੇ ਵਿੱਚ। ਇਹਦੇ ਵਿੱਚ ਮੁੱਖ ਕਾਰਨ ਅਸੀਂ ਜਿਹੜੇ ਪਾਏ ਜਾਂਦੇ ਨੇ, ਇੱਕ ਤਾਂ ਚਲੋ ਜੇ ਪੇਰੈਂਟਸ ਨੂੰ ਡਾਇਬੀਟੀਜ਼ ਹੋਵੇ, ਦੂਸਰਾ ਮੋਟਾਪਾ, ਤੀਸਰਾ BP ਦਾ ਪੇਸ਼ੈਂਟ, ਚੌਥਾ ਸਮੋਕਿੰਗ, ਫਿਰ ਅਲਕੋਹਲ, ਸਟ੍ਰੈਸ, ਨਸ਼ੇ, ਲੈਕ ਆਫ ਫਿਜ਼ੀਕਲ ਐਕਟੀਵਿਟੀ। ਇਹ ਬਹੁਤ ਵੱਡੀਆਂ ਚੀਜ਼ਾਂ ਨੇ ਜੋ ਮੁੱਖ ਕਾਰਨ ਸ਼ੂਗਰ ਦੇ ਮਰੀਜ਼ਾਂ ਨੂੰ ਜਿਹੜੇ ਸਾਨੂੰ ਮਿਲਦੇ ਹਨ। ਡਾਕਟਰ ਢਿੰਗਰਾ, ਕੀ ਖਾਣ ਪੀਣ ਦੇ ਵੀ ਫਰਕ ਪੈਂਦਾ ਕੋਈ ਸ਼ੂਗਰ ਦੀ ਤਕਲੀਫ ਹੋਣ ਤੇ? ਬਹੁਤ ਜ਼ਿਆਦਾ ਫਰਕ ਪੈਂਦਾ ਜੀ। ਜਦੋਂ ਓਵਰ ਅਸੀਂ ਕਾਰਬੋਹਾਈਡਰੇਟ ਜ਼ਿਆਦਾ ਖਾਂਦੇ ਹਾਂ, ਮਿੱਠੀਆਂ ਚੀਜ਼ਾਂ ਜ਼ਿਆਦਾ ਖਾਂਦੇ ਹਾਂ, ਫਰਾਈਡ ਚੀਜ਼ਾਂ, ਫੈਟੀ ਚੀਜ਼ਾਂ ਜ਼ਿਆਦਾ ਖਾਂਦੇ ਹਾਂ, ਤੇ ਉਹੋ ਜਿਹੇ ਪੇਸ਼ੈਂਟਸ ਨੂੰ ਉਹਨਾਂ ਦੇ ਨਾਰਮਲ ਸ਼ੂਗਰ ਲੈਵਲਸ ਥੋੜ੍ਹੇ ਜਿਹੇ ਜ਼ਿਆਦਾ ਰਹਿੰਦੇ ਹਨ। ਡਾਕਟਰ ਸਾਹਿਬ, ਦਰਸ਼ਕਾਂ ਨੂੰ ਇਹ ਦੱਸੋ ਕਿ ਜਿਹੜੀ ਡਾਇਬਟੀਜ਼ ਹੈ, ਜਿਹਨੂੰ ਡਾਇਬਟੀਜ਼ ਹੋ ਜਾਂਦੀ ਹੈ, ਉਹਨੂੰ ਮੁੱਖ ਤੌਰ ਤੇ ਲੱਛਣ ਕੀ ਆਉਂਦੇ ਹਨ? ਦੇਖੋ ਇਸ ਤਰ੍ਹਾਂ ਹੈ, ਸ਼ੂਗਰ ਬਹੁਤ ਹੀ ਤਰ੍ਹਾਂ ਦੇ ਸਿੰਪਟਮਸ ਆਪਣੇ ਲੱਛਣ ਦੇ ਨਾਲ ਪੇਸ਼ੈਂਟਸ ਦੇ ਵਿੱਚ ਆਉਂਦੀ ਹੈ। ਵੱਖੋ ਵੱਖ ਮਰੀਜ਼ਾਂ 'ਚ ਵੱਖੋ ਵੱਖ ਲੱਛਣ ਪਾਏ ਜਾਂਦੇ ਹਨ। ਸਭ ਤੋਂ ਵੱਡੀ ਚੀਜ਼ ਹੈ ਇਹਦੇ 'ਚ ਪਿਆਸ ਜ਼ਿਆਦਾ ਲੱਗਣਾ, ਮੂੰਹ ਸੁੱਕਣਾ, ਬਾਥਰੂਮ ਬਾਰ-ਬਾਰ ਆਉਣਾ ਤੇ ਜ਼ਿਆਦਾ ਮਾਤਰਾ ਵਿੱਚ ਆਉਣਾ। ਰਾਤੀ ਬਾਥਰੂਮ ਪੇਸ਼ੈਂਟ ਉੱਠਦਾ, ਸੌਣ ਤੋਂ ਬਾਅਦ ਵੀ 1-2 ਵਾਰੀ ਉਹਨੂੰ ਰਾਤੀ 3 ਵਾਰੀ ਜਾਣਾ ਪੈਂਦਾ। ਨੋਕਟਿਊਰੀਆ ਅਸੀਂ ਉਹਨੂੰ ਕਹਿੰਦੇ ਹਾਂ। ਸੋ ਪੋਲੀਯੂਰੀਆ, ਪੋਲੀਡਿਪਸੀਆ ਐਂਡ ਨੋਕਟਿਊਰੀਆ ਇਹਦੇ ਮੇਨ ਸਿੰਪਟਮਸ ਹੁੰਦੇ ਹਨ। ਫਿਰ ਵੱਖੋ ਵੱਖ ਕਿਸੇ ਨੂੰ ਕਮਜ਼ੋਰੀ ਆ ਜਾਣਾ, ਮਸਲ ਵੀਕਨੈਸ, ਸੈਕਸ਼ੂਅਲ ਵੀਕਨੈਸ, ਕੋਈ ਇਨਫੈਕਸ਼ਨ ਹੋ ਜਾਵੇ, ਉਹ ਬਾਰ-ਬਾਰ ਜ਼ਖਮ ਭਰੇ ਨਾ, ਪੈਰ ਦਾ ਜ਼ਖਮ ਹੋ ਜਾਂਦਾ ਹੈ, ਉਹ ਲੋਕੀ ਦਵਾਈਆਂ ਖਾਂਦੇ ਰਹਿੰਦੇ ਨੇ, ਉਹ ਨਹੀਂ ਭਰਦਾ। ਫਿਰ ਬਾਥਰੂਮ ਦੇ ਵਿੱਚ ਇਨਫੈਕਸ਼ਨ ਹੋ ਜਾਣਾ, UTI ਦੀ ਇਨਫੈਕਸ਼ਨਸ। ਪੇਸ਼ੈਂਟ ਹਰ ਤਰ੍ਹਾਂ ਵੱਖਰੇ ਤਰ੍ਹਾਂ ਨਾਲ ਆਉਂਦਾ ਹੈ। ਕਿਸੇ ਦੀ ਆਈਸਾਈਟ, ਉਹਦੀ ਨਿਗਾਹ ਘੱਟ ਜਾਣਾ, ਬਲਰਿੰਗ ਆਫ ਵਿਜ਼ਨ ਨਾਲ ਡਾਕਟਰ ਕੋਲ ਜਾਂਦੇ ਹਨ। ਕਿਸੇ ਨੂੰ ਸਕਿਨ ਦੇ ਉੱਪਰ ਅਲਸਰਸ ਹੋ ਜਾਂਦੇ ਨੇ ਜਿਹੜੇ ਨਹੀਂ ਭਰਦੇ। ਸੋ ਇਹਦੇ ਵੱਖਰੇ ਲੱਛਣ ਹੁੰਦੇ ਹਨ ਜਿਸ ਤਰ੍ਹਾਂ ਪੇਸ਼ੈਂਟ ਸਾਡੇ ਕੋਲ ਆਉਂਦੇ ਹਨ। ਇੱਕ ਮੁੱਖ ਲੱਛਣ ਵਿੱਚ ਹੋਰ ਵੀ ਹੁੰਦਾ ਹੈ, ਇਹਦੇ 'ਚ ਇੱਕ ਬੜੀ ਅਜੀਬ ਚੀਜ਼ ਹੁੰਦੀ ਹੈ ਕਿ ਪੇਸ਼ੈਂਟ ਜ਼ਿਆਦਾ ਖਾਣਾ ਖਾਂਦਾ, ਨਾਰਮਲ ਖਾਣਾ ਖਾਂਦਾ ਹੈ, ਲੇਕਿਨ ਫਿਰ ਵੀ ਉਹਦਾ ਭਾਰ ਘਟੀ ਜਾਂਦਾ ਹੈ। ਸੋ ਖਾਣਾ ਖਾਣ ਦੇ ਬਾਵਜੂਦ ਨਾਰਮਲ ਖਾਣਾ ਖਾਵੇ, ਉਹਦਾ ਭਾਰ ਘਟੀ ਜਾਵੇ, ਉਹਦਾ ਯੂਰਿਨ ਉਹਨੂੰ ਜ਼ਿਆਦਾ ਆਵੇ, ਇਨਫੈਕਸ਼ਨਸ ਹੋਣ, ਠੀਕ ਨਾ ਹੋਵੇ, ਤੇ ਸਾਨੂੰ ਸ਼ੂਗਰ ਦਾ ਸ਼ੱਕ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ। ਡਾਕਟਰ ਢਿੰਗਰਾ, ਪਹਿਲਾਂ ਦੇਖਿਆ ਜਾਂਦਾ ਸੀ ਕਿ ਜਿਨ੍ਹਾਂ ਦੀ ਬੜੀ ਵੱਡੀ ਉਮਰ ਹੈ, ਜਿਹੜੇ ਉਮਰ 'ਚ ਵੱਡੇ ਹੁੰਦੇ ਹਨ, ਤਕਰੀਬਨ ਸ਼ੂਗਰ ਉਹਨਾਂ ਨੂੰ ਹੁੰਦੀ ਸੀ। ਲੇਕਿਨ ਅੱਜ ਕੱਲ੍ਹ ਬੜੇ ਜ਼ਿਆਦਾ ਐਸੇ ਯੰਗ ਬੰਦੇ ਹੁੰਦੇ ਹਨ ਜਿਨ੍ਹਾਂ ਨੂੰ ਸ਼ੂਗਰ ਦੀ ਤਕਲੀਫ ਹੁੰਦੀ ਹੈ। ਮਰੀਜ਼ ਕਿਸੇ ਹੋਰ ਟੈਸਟ ਲਈ अपना जाता है हस्पताल चैकअप कराने तो पता लगता कि उन्हें शुगर है।
ਤਾਂ ਬੜੀ ਹੈਰਾਨਗੀ ਹੁੰਦੀ ਕਿ ਇੰਨੀ ਯੰਗ ਏਜ ਦੇ ਵਿੱਚ ਕਿਸ ਤਰ੍ਹਾਂ ਸ਼ੂਗਰ ਹੋ ਜਾਂਦੀ ਹੈ। ਇਹਦੇ 'ਚ ਵੀ ਦੋ ਗੱਲਾਂ ਨੇ। ਇੱਕ ਤੇ ਆਪਾਂ ਕਿਹਾ ਸੀ ਟਾਈਪ 1 ਤੇ ਟਾਈਪ 2 ਡਾਇਬਟੀਜ਼। ਟਾਈਪ 1 ਡਾਇਬਟੀਜ਼ ਤੇ ਬੱਚਿਆਂ 'ਚ ਹੁੰਦੀ ਹੈ, ਜਿਹੜੇ 10% ਮਰੀਜ਼ ਨੇ। ਹੁਣ ਆ ਰਹੀ ਜਿਹੜੀ ਅਡਲਟ ਔਨਸੈਟ ਡਾਇਬਟੀਜ਼ ਹੈ ਟਾਈਪ 2, ਉਹ ਅੱਜ ਦੀ ਜਨਰੇਸ਼ਨ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਯੰਗ 25 30 35 ਸਾਲ ਦੇ ਜਵਾਨ ਜਿਹੜੇ ਬੰਦੇ ਨੇ ਉਹਨਾਂ ਨੂੰ ਵੀ ਸ਼ੂਗਰ ਦੀ ਬਿਮਾਰੀ ਆ ਰਹੀ ਹੈ। ਇਹ ਇੱਕ ਟੈਨਸ਼ਨਸ, ਲਾਈਫ ਸਟਾਈਲ ਸਾਡੀ ਇਹੋ ਜਿਹੀ ਹੋ ਚੁੱਕੀ ਹੈ ਕਿ ਫਿਜ਼ੀਕਲ ਐਕਟੀਵਿਟੀ ਨਹੀਂ ਹੈ, ਫਾਸਟ ਫੂਡਸ ਖਾਣੇ, ਨਸ਼ਿਆਂ 'ਚ ਜਾਣਾ, ਮੋਟਾਪੇ ਦਾ ਕਾਰਨ, ਇਹ ਮੁੱਖ ਕਾਰਨ ਹਨ ਜਿਹਦੇ ਕਰਕੇ ਯੰਗ ਏਜ ਦੇ ਵਿੱਚ ਡਾਇਬਟੀਜ਼ ਆ ਰਹੀ ਹੈ। ਡਾਕਟਰ ਸਾਹਿਬ, ਸਪੋਜ਼ ਕਿਸੇ ਨੂੰ ਆਪਾਂ ਸ਼ੱਕ ਦੇ ਆਧਾਰ ਤੇ ਦੇਖ ਲੈਂਦੇ ਕਿ ਇਹਨੂੰ ਸ਼ੂਗਰ ਦੀ ਤਕਲੀਫ ਹੈ, ਤੇ ਫਿਰ ਇਹਦੇ ਟੈਸਟ ਕਿੱਦਾਂ ਕਰਾਉਂਦੇ, ਆਪਾਂ ਕਿੱਦਾਂ ਡਾਇਗਨੋਸ ਕਰਦੇ ਕਿ ਇਹਨੂੰ ਸ਼ੂਗਰ ਦੀ ਤਕਲੀਫ ਹੈ? ਬਹੁਤ ਜ਼ਰੂਰੀ ਹੈ ਜੀ। ਸ਼ੂਗਰ ਦੇ ਟੈਸਟ ਬੜੇ ਸਿੰਪਲ ਹਨ। ਇਹਦੇ ਵਾਸਤੇ ਅਸਲ ਦੇ ਵਿੱਚ ਇੱਕ ਤੇ ਖਾਲੀ ਪੇਟ ਬਲੱਡ ਸ਼ੂਗਰ ਤੇ ਇੱਕ ਰੋਟੀ ਖਾ ਕੇ 2 ਘੰਟੇ ਬਾਅਦ ਦੀ ਬਲੱਡ ਸ਼ੂਗਰ। ਖਾਲੀ ਪੇਟ ਬਲੱਡ ਸ਼ੂਗਰ ਜੋ ਅਮਰੀਕਨ ਸਟੈਂਡਰਡਸ ਕਿਹਾ ਜਾਂਦੇ ਹਨ, ਉਹ ਹੁੰਦਾ ਹੈ ਕਿ 125 ਤੋਂ ਉੱਪਰ, ਯਾਨੀ 126 ਤੋਂ ਉੱਪਰ ਜੇ ਵੈਲਿਊ ਆਉਂਦੀ ਹੈ ਉਹਨੂੰ ਅਸੀਂ ਡਾਇਬਟੀਜ਼ ਕਹਿੰਦੇ ਹਾਂ। ਰੋਟੀ ਖਾ ਕੇ ਜੇ 200 ਤੋਂ ਉੱਪਰ ਆਉਂਦੀ ਹੈ ਤੇ ਉਹ ਸ਼ੋਰ ਡਾਇਬਟੀਜ਼ ਹੁੰਦਾ ਹੈ। ਦੂਸਰਾ ਦਾ ਟੈਸਟ ਹੁੰਦਾ ਯੂਰਿਨ ਦਾ। ਜੇ ਯੂਰਿਨ ਦੇ ਵਿੱਚ ਅਸੀਂ ਸ਼ੂਗਰ ਟੈਸਟ ਕਰਦੇ ਹਾਂ, ਪੋਜ਼ਿਟਿਵ ਆ ਜਾਂਦੀ ਹੈ, ਸੋ ਪੇਸ਼ੈਂਟ ਡਾਇਬਟਿਕ ਹੈ। ਤੀਸਰਾ ਇੱਕ ਇੰਪੋਰਟੈਂਟ ਟੈਸਟ ਹੈ ਜੋ ਤੁਸੀਂ ਮੈਨੂੰ ਸਵਾਲ ਪੁੱਛਿਆ, ਉਹਨੂੰ ਅਸੀਂ ਕਹਿੰਦੇ ਹਾਂ ਗਲਾਈਕੋਸਾਈਲੇਟਿਡ ਹੀਮੋਗਲੋਬਿਨ ਜਾਂ HbA1c। ਇਹ ਸਾਨੂੰ 2 ਤੋਂ 3 ਮਹੀਨੇ ਦੀ ਐਵਰੇਜ ਸ਼ੂਗਰ ਦਿੰਦੀ ਹੈ। ਇੱਕ ਛੋਟਾ ਜਿਹਾ ਬਲੱਡ ਟੈਸਟ ਹੈ ਜੋ ਸਾਨੂੰ 3 ਮਹੀਨੇ ਦੀ ਐਵਰੇਜ ਬਲੱਡ ਸ਼ੂਗਰ ਦਿੰਦੀ ਹੈ। ਚੌਥਾ ਇੱਕ ਸ਼ੂਗਰ ਨੂੰ ਲੱਭਣ ਵਾਸਤੇ ਇੱਕ ਟੈਸਟ ਹੁੰਦਾ GTT, ਗਲੂਕੋਜ਼ ਟੋਲਰੈਂਸ ਟੈਸਟ। ਇਹਦੇ 'ਚ ਅਸੀਂ ਮਰੀਜ਼ ਨੂੰ 75 ਗ੍ਰਾਮ ਗਲੂਕੋਜ਼ ਪਿਲਾਉਂਦੇ ਹਾਂ ਤੇ ਉਹਦਾ ਹਰ ਅੱਧੇ ਘੰਟੇ ਬਾਅਦ ਸ਼ੂਗਰ ਚੈੱਕ ਕਰਦੇ ਹਾਂ 2 ਘੰਟੇ ਦੇ ਵਿੱਚ। ਤੇ ਉਹ ਸਾਨੂੰ ਜੇ ਵੈਲਿਊਜ਼ ਉਹਦੀ ਵੱਧ ਜਾਂਦੀਆਂ ਨੇ 125 ਤੋਂ ਉੱਪਰ ਖਾਲੀ ਪੇਟ ਤੇ 200 ਤੋਂ ਉੱਪਰ ਵਿੱਚੋਂ ਖਾ ਕੇ, ਤੇ ਉਹਨੂੰ ਅਸੀਂ ਡਾਇਬਟੀਜ਼ ਕਹਿੰਦੇ ਹਾਂ। ਡਾਕਟਰ ਸਾਹਿਬ, ਜਿਹੜੀ ਡਾਇਬਟੀਜ਼ ਹੈ ਇਹਦਾ ਸਟੈਪ ਵਾਈਜ਼ ਟ੍ਰੀਟਮੈਂਟ ਕਿਸ ਤਰ੍ਹਾਂ ਕੀਤਾ ਜਾਂਦਾ ਹੈ? ਦੇਖੋ, ਸਟੈਪ ਵਾਈਜ਼ ਟ੍ਰੀਟਮੈਂਟ ਦੇ ਵਿੱਚ ਸਭ ਤੋਂ ਪਹਿਲਾਂ ਦੇਖਣਾ ਪੈਂਦਾ ਕਿ ਪੇਸ਼ੈਂਟ ਦੀ ਏਜ ਕਿੰਨੀ ਹੈ, ਉਹਦੇ ਸ਼ੂਗਰ ਲੈਵਲ ਕਿੰਨੇ ਹੈ, ਉਹਨੂੰ ਕਿੰਨੀ ਦੇਰ ਤੋਂ ਸ਼ੂਗਰ ਚੱਲ ਰਹੀ ਹੈ, ਪਲੱਸ ਉਹਨੂੰ ਕੋਈ ਕੰਪਲਿਕੇਸ਼ਨਸ ਤੇ ਨਹੀਂ ਆਈਆਂ ਹੋਈਆਂ। ਇਹਦੇ ਵਿੱਚ ਵੀ ਜਿੱਦਾਂ ਅਸੀਂ ਪਹਿਲਾਂ ਕਿਹਾ, ਟਾਈਪ 1 ਤੇ ਟਾਈਪ 2 ਡਾਇਬਟੀਜ਼ ਦਾ ਵੱਖੋ-ਵੱਖ ਇਲਾਜ ਹੁੰਦਾ ਹੈ। ਟਾਈਪ 1 ਡਾਇਬਟੀਜ਼ ਦੇ ਵਿੱਚ 2 ਚੀਜ਼ਾਂ ਹੁੰਦੀਆਂ ਕਿ ਪੇਸ਼ੈਂਟ ਨੂੰ ਪਰਹੇਜ਼ ਕਰਨਾ ਹੈ ਮਿੱਠੀਆਂ ਚੀਜ਼ਾਂ ਦਾ, ਪਲੱਸ ਉਹਨੂੰ ਇਨਸੂਲਿਨ ਦੇ ਉੱਪਰ ਰਹਿਣਾ ਪੈਂਦਾ ਹੈ। ਟਾਈਪ 2 ਡਾਇਬਟੀਜ਼ ਜਿਹੜੀ ਅਸੀਂ ਗੱਲ ਕਰਦੇ ਹਾਂ ਆਮ ਤੌਰ ਤੇ ਜ਼ਿਆਦਾ, ਉਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਆਉਂਦੀ ਹੈ ਜੀ ਲਾਈਫ ਸਟਾਈਲ ਮੋਡੀਫਿਕੇਸ਼ਨ, ਆਪਣਾ ਦਿਨਚਰਿਆ ਨੂੰ ਬਦਲਣਾ। ਅਸੀਂ ਨੋਰਮਲ ਜ਼ਿੰਦਗੀ ਜੀਣੀ ਹੈ, ਟੈਨਸ਼ਨਸ ਤੋਂ ਬਾਹਰ ਆਉਣਾ ਹੈ, ਐਕਸਰਸਾਈਜ਼ ਹੋਣੀ ਚਾਹੀਦੀ ਹੈ ਸਾਡੀ ਜ਼ਿੰਦਗੀ ਦੇ ਵਿੱਚ 30 ਮਿੰਟ ਤੋਂ 45 ਮਿੰਟ ਰੋਜ਼ਾਨਾ। ਅਸੀਂ 15-20 ਮਿੰਟ ਅੱਧਾ ਘੰਟਾ ਨੀਂਦ ਦਾ ਘਟਾ ਦਈਏ, ਅਸੀਂ ਕਾਰੋਬਾਰ 'ਚ ਥੋੜ੍ਹਾ ਘਟਾ ਦਈਏ, ਪਰ ਐਕਸਰਸਾਈਜ਼ ਤੋਂ ਬਿਨਾਂ ਦਿਨ ਸਾਡਾ ਖਤਮ ਨਹੀਂ ਹੋਣਾ ਚਾਹੀਦਾ। ਦੂਸਰੀ ਚੀਜ਼ ਆਉਂਦੀ ਹੈ ਜੀ ਪਰਹੇਜ਼ ਦੇ ਉੱਪਰ। ਓਪਰਾ, ਖੰਡ, ਗੁੜ, ਸ਼ੱਕਰ, ਮਿੱਠੀਆਂ ਚੀਜ਼ਾਂ, ਜੂਸਿਸ ਨਹੀਂ ਪੀਣੇ ਚਾਹੀਦੇ ਸ਼ੂਗਰ ਦੇ ਮਰੀਜ਼ ਨੂੰ। ਤੀਸਰੀ ਚੀਜ਼ ਆਉਂਦੀ ਹੈ ਨਸ਼ਿਆਂ ਤੋਂ ਬਾਹਰ ਆਉਣਾ ਚਾਹੀਦਾ ਹੈ। ਇਹ ਅਲਕੋਹਲ, ਸ਼ਰਾਬ, ਬਾਕੀ ਦੂਸਰੇ ਤਰ੍ਹਾਂ ਦੇ ਨਸ਼ੇ, ਸਮੋਕਿੰਗ, ਇਹ ਨਹੀਂ ਹੋਣੇ ਚਾਹੀਦੇ। ਚੌਥੀ ਚੀਜ਼ ਆਉਂਦੀ ਹੈ ਜੀ ਡਾਕਟਰ ਦੀ, ਲੇਕਿਨ ਮਰੀਜ਼ ਪਹਿਲੀ ਚੀਜ਼ ਡਾਕਟਰ ਨੂੰ ਲੱਭਦਾ। ਸੋ ਪਹਿਲੀਆਂ 3 ਚੀਜ਼ਾਂ ਪੇਸ਼ੈਂਟ ਦੇ ਹੱਥ ਹੁੰਦੀਆਂ ਨੇ। ਫਿਰ ਆਉਂਦੀ ਹੈ ਕਿ ਉਹਨੂੰ ਦਵਾਈਆਂ ਮਿਲੀਆਂ ਜਾਣ ਜਾਂ ਉਹਨੂੰ ਇਨਸੂਲਿਨ ਪਾਈਆਂ ਜਾਣ। ਦਵਾਈਆਂ ਵੀ ਸਾਡੇ ਕੋਲ ਵੱਖੋ-ਵੱਖ ਤਰ੍ਹਾਂ ਦੀਆਂ ਆਉਂਦੀਆਂ ਨੇ। ਇੱਕ ਆਉਂਦੀ ਹੈ ਕਿ ਜਿਹੜੀ ਅਸੀਂ 4 ਮੁੱਖ ਇਹਦੀਆਂ ਦਵਾਈਆਂ ਹੁੰਦੀਆਂ ਨੇ। ਇੱਕ ਮੇਨ ਦਵਾਈ ਹੁੰਦੀ ਹੈ ਕਿ ਜਿਹੜਾ ਪੇਸ਼ੈਂਟ ਕੋਈ ਵੀ ਖਾਣਾ ਖਾ ਰਿਹਾ ਉਹਦੇ ਵਿੱਚ ਜਿਹੜੀ ਉਹਦੀ ਗਲੂਕੋਜ਼ ਕੰਟੈਂਟ ਹੈ ਉਹ ਅੰਦਰ ਜਾਵੇ ਹੀ ਨਾ, ਪੇਟ ਦੇ ਵਿੱਚੋਂ ਸਾਡੇ ਖੂਨ 'ਚ ਰਸੇ ਹੀ ਨਾ। ਦੂਜੀ ਜਿਹੜੀ ਦਵਾਈਆਂ ਹੁੰਦੀਆਂ ਨੇ, ਜਿਹੜੀ ਲਿਵਰ ਦੇ ਵਿੱਚ, ਜਿਗਰ ਦੇ ਵਿੱਚ ਨਾਰਮਲ ਸ਼ੂਗਰ ਬਣਦੀ ਹੈ ਉਹ ਘਟਾ ਦਿੰਦੀ ਹੈ ਸ਼ੂਗਰ ਬਣਨਾ। ਤੀਜੀਆਂ ਦਵਾਈਆਂ ਹੁੰਦੀਆਂ ਜਿਵੇਂ ਆਪਾਂ ਸ਼ੁਰੂ 'ਚ ਗੱਲ ਕੀਤੀ ਕਿ ਪੈਂਕਰੀਆਸ ਸਾਨੂੰ ਇੱਕ ਜੂਸ ਬਣਾਉਂਦਾ ਇਨਸੂਲਿਨ। ਇਨਸੂਲਿਨ ਸਾਡੀ ਸ਼ੂਗਰ ਨੂੰ ਕੰਟਰੋਲ 'ਚ ਰੱਖਦਾ ਹੈ। ਜਿਹੜੀ ਤੀਜੇ ਮੁੱਖ ਦਵਾਈਆਂ ਨੇ ਇਹ ਪੈਂਕਰੀਆਸ ਦੇ ਉੱਪਰ ਅਸਰ ਕਰਦੀਆਂ ਨੇ ਤੇ ਇਨਸੂਲਿਨ ਦੀ ਮਾਤਰਾ ਵਧਾ ਦਿੰਦੀ ਹੈ, ਸੋ ਸ਼ੂਗਰ ਨਾਰਮਲ ਰਹਿੰਦੀ ਹੈ। ਚੌਥੀਆਂ ਜਿਹੜੀਆਂ ਦਵਾਈਆਂ ਨੇ ਉਹ ਹੁੰਦੀਆਂ ਕਿ ਜਿਹੜੀ ਇਨਸੂਲਿਨ ਬਣ ਜਾਂਦੀ ਹੈ ਉਹ ਜਲਦੀ ਟੁੱਟੇ ਨਾ, ਉਹ ਖੂਨ 'ਚ ਰਸਦੀ ਰਵੇ ਤੇ ਉਹਦਾ ਅਸਰ ਰਵੇ ਤੇ ਪੇਸ਼ੈਂਟ ਦੀ ਸ਼ੂਗਰ ਨਾਰਮਲ ਰਹਿੰਦੀ ਹੈ। ਤੇ ਜੇ ਇਹ ਦਵਾਈਆਂ ਦੇ ਨਾਲ ਕਿਸੇ ਨੂੰ ਸ਼ੂਗਰ ਨਹੀਂ ਕੰਟਰੋਲ 'ਚ ਆਉਂਦੀ ਫਿਰ ਉਹ ਪੇਸ਼ੈਂਟਸ ਨੂੰ ਇਨਸੂਲਿਨ ਲਗਾਉਣੀ ਪੈਂਦੀ ਹੈ। ਡਾਕਟਰ ਗਰਾ, ਤੁਸੀਂ ਬੜੀ ਕਿਸਮਾਂ ਦੱਸੀਆਂ ਦਵਾਈਆਂ ਦੀਆਂ, ਤੇ ਕਿਸ ਤਰ੍ਹਾਂ ਮਰੀਜ਼ ਦਾ ਡਿਸਾਈਡ ਕਰਦੇ ਕਿ ਕਿਹੜੇ ਮਰੀਜ਼ ਨੂੰ ਕਿਸ ਤਰ੍ਹਾਂ ਦੀ ਦਵਾਈ ਦਿੱਤੀ ਜਾਏਗੀ? ਬਿਲਕੁਲ ਠੀਕ ਹੈ ਜੀ। ਇਹਦੇ ਇੱਕ ਸਟੈਂਡਰਡ ਪ੍ਰੋਟੋਕਾਲ ਬਣੇ ਹੋਏ ਨੇ। ਸਾਡੇ ਕੋਲ ਪ੍ਰੋਪਰ ਗਾਈਡਲਾਈਨਸ ਹੁੰਦੀਆਂ ਨੇ ਕਿ ਪੇਸ਼ੈਂਟ ਦਾ ਭਾਰ ਕਿੰਨਾ ਹੈ, ਉਹਦੀ ਉਮਰ ਕਿੰਨੀ ਹੈ, ਉਹਦਾ ਲਾਈਫ ਸਟਾਈਲ ਕਿੱਦਾਂ ਹੈ,
ਉਹਦੀ ਸ਼ੂਗਰ ਵੈਲਿਊਜ਼ ਕਿੱਦਾਂ ਹੈ। ਸੋ ਉਹਦੇ ਹਿਸਾਬ ਨਾਲ ਪੇਸ਼ੈਂਟ ਨੂੰ ਪਲੱਸ ਉਹਦੀਆਂ ਬਾਕੀ ਬਾਡੀ ਦੇ ਉੱਪਰ ਕੋਈ ਕਿਡਨੀ ਉੱਪਰ ਕੋਈ ਅਸਰ ਤੇ ਨਹੀਂ, ਉਹਦੇ ਹਾਰਟ ਉੱਪਰ ਕੋਈ ਅਸਰ ਤੇ ਨਹੀਂ, ਉਸ ਕਿਸਮ ਦੇ ਹਿਸਾਬ ਨਾਲ ਪੇਸ਼ੈਂਟ ਨੂੰ ਅਸੈਸ ਕਰਕੇ ਉਹਦੀਆਂ ਰਿਪੋਰਟਸ ਕਰਕੇ ਉਹਨੂੰ ਇਨਵੈਸਟੀਗੇਟ ਕਰਕੇ ਉਹਦੇ ਹਿਸਾਬ ਨਾਲ ਸਾਨੂੰ ਉਹਦੀਆਂ ਦਵਾਈਆਂ ਪਾਈਆਂ ਜਾਂਦੀਆਂ ਹਨ। ਡਾਕਟਰ ਸਾਹਿਬ ਆਮ ਤੌਰ ਤੇ ਦੇਖਣ ਵਿੱਚ ਆਉਂਦਾ ਕਿ ਕੋਈ ਵੀ ਨਹੀਂ ਚਾਹੁੰਦਾ ਕਿ ਮੈਨੂੰ ਇਨਸੂਲਿਨ ਦੇ ਟੀਕੇ ਤੇ ਪਾਇਆ ਜਾਏ, ਤੇ ਕਦੋਂ ਇਹ ਕ੍ਰਾਈਟੇਰੀਆ ਲੈਂਦੇ ਕਿ ਆਪਾਂ ਹੁਣ ਸ਼ੂਗਰ ਦੀ ਗੋਲੀਆਂ ਨਹੀਂ ਦੇਣੀਆਂ, ਇਨਸੂਲਿਨ ਤੇ ਹੀ ਪਾਉਣਾ ਚਾਹੀਦਾ ਹੈ, ਤੇ ਕਿੱਦਾਂ ਮਰੀਜ਼ ਨੂੰ ਮਤਲਬ ਗਾਈਡ ਕਰਨਾ ਕਿ ਪ੍ਰੋਪਰ ਇਨਸੂਲਿਨ ਲੈਣਾ ਜ਼ਿਆਦਾ ਜ਼ਰੂਰੀ ਹੈ? ਬਹੁਤ ਅੱਛਾ ਸਵਾਲ ਹੈ। ਇਹ ਹਰ ਇਨਸਾਨ ਨੂੰ ਸਮਝਣਾ ਚਾਹੀਦਾ ਹੈ ਕਿ ਸ਼ੂਗਰ ਇੱਕ ਦੀਮਕ ਵਰਗੀ ਬਿਮਾਰੀ ਹੈ। ਸ਼ੁਰੂ ਦੇ ਵਿੱਚ ਜਦੋਂ ਸ਼ੂਗਰ ਸਾਡੀ ਜ਼ਿਆਦਾ ਰਹਿੰਦੀ ਹੈ, ਮਰੀਜ਼ ਨੂੰ ਬਹੁਤੀ ਪ੍ਰੋਬਲਮ ਨਹੀਂ ਆਉਂਦੀ। ਪਹਿਲੇ 6 ਮਹੀਨੇ, ਸਾਲ, 2 ਸਾਲ ਮਰੀਜ਼ ਪਰਵਾਹ ਨਹੀਂ ਕਰਦੇ, ਉਹ ਕਹਿੰਦੇ ਆ ਮੈਨੂੰ ਕੀ ਫਰਕ ਪੈਣ ਲੱਗਿਆ। ਲੇਕਿਨ ਸਮੇਂ ਦੇ ਨਾਲ ਉਹਦੀਆਂ ਕੰਪਲਿਕੇਸ਼ਨਸ ਆਉਣੀਆਂ ਸ਼ੁਰੂ ਹੁੰਦੀਆਂ, ਕਿਸੇ ਨੂੰ ਅੱਖਾਂ ਦੇ ਉੱਪਰ, ਹਾਰਟ ਉੱਪਰ, ਕਿਡਨੀ ਉੱਪਰ, ਜਿਵੇਂ ਅਸੀਂ ਪਹਿਲਾਂ ਗੱਲਾਂ ਕੀਤੀਆਂ। ਲੇਕਿਨ ਉਹ ਨੁਕਸਾਨ ਫਿਰ ਪਰਮਾਨੈਂਟ ਹੋਣੇ ਸ਼ੁਰੂ ਹੋ ਜਾਂਦੇ ਨੇ। ਉਹ ਸਟੇਜ ਤੋਂ ਪਹਿਲਾਂ ਜੇ ਅਸੀਂ ਆਪਣੇ ਪੇਸ਼ੈਂਟ ਨੂੰ ਇਲਾਜ ਦੇ ਵਿੱਚ ਰੱਖੀਏ, ਉਹ ਆਪਣੇ ਸ਼ੂਗਰ ਨੂੰ ਕੰਟਰੋਲ 'ਚ ਰੱਖੇ, ਐਕਸਰਸਾਈਜ਼ ਦੇ ਨਾਲ, ਪਰਹੇਜ਼ ਦੇ ਨਾਲ, ਵਿਆਮ ਬਹੁਤ ਜ਼ਰੂਰੀ ਹੈ, ਨਸ਼ਿਆਂ ਤੋਂ ਦੂਰ ਰਹਿਣਾ, ਹੈਲਦੀ ਲਾਈਫ ਸਟਾਈਲ ਜੀਣਾ, ਪ੍ਰੋਪਰ ਆਪਣੇ 6 ਤੋਂ 8 ਘੰਟੇ ਦੀ ਨੀਂਦ ਪੂਰੀ ਕਰਨਾ, ਖੁਸ਼ ਰਹਿਣਾ, ਪਲੱਸ ਦਵਾਈਆਂ ਦੇ ਨਾਲ ਆਪਾਂ ਸ਼ੂਗਰ ਨੂੰ ਕੰਟਰੋਲ 'ਚ ਰੱਖੀਏ, ਫਿਰ ਆਮ ਤੌਰ ਤੇ ਪੇਸ਼ੈਂਟਸ ਨੂੰ ਇਨਸੂਲਿਨ ਦੀ ਨੌਬਤ ਨਹੀਂ ਆਉਣੀ ਚਾਹੀਦੀ। ਆਮ ਤੌਰ ਤੇ ਲੋਕ ਬਹੁਤ ਡਰਦੇ ਡਾਕਟਰ ਸਾਹਿਬ ਇਨਸੂਲਿਨ ਤੋਂ ਕਿ ਇਨਸੂਲਿਨ ਦੀ ਜ਼ਰੂਰਤ ਹੈ, ਪਰ ਇਨਸੂਲਿਨ ਦੀ ਜ਼ਰੂਰਤ ਪਏਗੀ। ਮੈਂ ਚਾਹੁੰਦਾ ਕਿ ਤੁਸੀਂ ਦਰਸ਼ਕਾਂ ਨੂੰ ਐਕਸਪਲੇਨ ਕਰੋ ਕਿ ਇਨਸੂਲਿਨ ਕਿਸ ਤਰ੍ਹਾਂ ਦਿੰਦੇ ਹੈ, ਤਾਂ ਕਿ ਉਹਨਾਂ 'ਚ ਥੋੜ੍ਹੇ ਜਿਹੇ ਇਨਸੂਲਿਨ ਬਾਰੇ ਵਹਿਮ ਭਰਮ ਦੂਰ ਹੋਣ। ਇਹ ਬਹੁਤ ਵਧੀਆ ਚੀਜ਼ ਹੈ, ਕਿਉਂਕਿ ਇਨਸੂਲਿਨ ਦਾ ਨਾਮ ਸੁਣ ਕੇ ਲੋਕੀ ਕਈ ਵਾਰੀ ਡਰ ਜਾਂਦੇ ਨੇ, ਘਬਰਾ ਜਾਂਦੇ ਨੇ। ਇਨਸੂਲਿਨ ਵੀ ਇੱਕ ਮਰੀਜ਼ ਦਾ ਦੋਸਤ ਹੈ। ਫਰਕ ਕੀ ਹੈ, ਉਹ ਸੂਈ ਦੇ ਨਾਲ ਆਉਂਦਾ ਹੈ, ਸੋ ਇੱਕ ਦਰਦ ਪੈਦਾ ਕਰਦਾ ਹੈ। ਲੇਕਿਨ ਪੇਸ਼ੈਂਟ ਦੀ ਸ਼ੂਗਰ ਜਦੋਂ ਦਵਾਈਆਂ ਦਾ ਅਸਰ ਘਟ ਜਾਂਦਾ ਹੈ, ਜਦੋਂ ਸਾਡੇ ਅੰਦਰੋਂ ਸਮੇਂ ਦੇ ਨਾਲ ਸ਼ੂਗਰ ਦੀ ਬਿਮਾਰੀ ਲੰਬੀ ਹੋ ਜਾਂਦੀ ਹੈ, ਇਨਸੂਲਿਨ ਬਣਦੀ ਹੀ ਨਹੀਂ, ਉਦੋਂ ਜਾਂ ਦਵਾਈਆਂ ਬਿਲਕੁਲ ਹੀ ਅਸਰ ਨਹੀਂ ਕਰਦੀਆਂ, ਸ਼ੂਗਰ ਲੈਵਲ ਹਾਈ ਰਹਿੰਦੇ ਨੇ, ਖਾਲੀ ਪੇਟ ਬਾਰ-ਬਾਰ 126 ਤੋਂ ਉੱਪਰ, ਰੋਟੀ ਖਾ ਕੇ 200 ਤੋਂ ਉੱਪਰ ਬਲੱਡ ਸ਼ੂਗਰ ਰਹਿੰਦੀ ਹੈ, ਦਵਾਈਆਂ ਦੇ ਬਾਵਜੂਦ, ਪਰਹੇਜ਼ ਦੇ ਬਾਵਜੂਦ, ਫਿਰ ਇਨਸੂਲਿਨ ਦੀ ਲੋੜ ਪੈਂਦੀ ਹੈ। ਤੇ ਉਹਨੂੰ ਅਸੀਂ ਨਾਰਮਲ ਰੱਖਣਾ ਜ਼ਰੂਰੀ ਹੈ ਕਿ ਕੋਈ ਕੰਪਲਿਕੇਸ਼ਨਸ ਨਾ ਆਉਣ, ਮਰੀਜ਼ ਆਪਣੀ ਨਾਰਮਲ ਜ਼ਿੰਦਗੀ ਜੀ ਸਕਦਾ ਹੈ। ਇਨਸੂਲਿਨ ਬਹੁਤ ਸੇਫ ਚੀਜ਼ ਹੈ, ਲੇਕਿਨ ਦਰਦ ਦੇ ਨਾਲ ਇੱਕ ਮੰਨਿਆ ਜਾਂਦਾ ਕਿ ਦਰਦ ਦੇ ਨਾਲ ਹੈ। ਜਿਹੜੀ ਅੱਜ ਕੱਲ੍ਹ ਦੀਆਂ ਇਨਸੂਲਿਨ ਦੇ ਇੰਜੈਕਸ਼ਨਸ ਆਉਂਦੇ ਨੇ, ਉਹ ਇੰਨੀ ਪਤਲੀ ਸੂਈ ਹੈ ਕਿ ਇਵਨ ਬੱਚੇ, ਵੱਡੇ, ਬਜ਼ੁਰਗ, ਲੇਡੀਜ਼ ਆਪਣੇ ਆਪ ਇੰਜੈਕਸ਼ਨਸ ਲਗਵਾਉਂਦੇ ਨੇ, ਪਰ ਉਹ ਆਲਮੋਸਟ ਉਹਨੂੰ ਪੇਨਲੈਸ ਇੰਜੈਕਸ਼ਨ ਕਿਹਾ ਜਾਂਦਾ ਹੈ। ਡਾਕਟਰ ਸਾਹਿਬ, ਜਿਹੜਾ ਇਨਸੂਲਿਨ ਪੈਨ ਹੈ ਕੀ ਹੁੰਦਾ ਤੇ ਕਿਸ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ? ਕਿ ਇਹਦੇ ਨਾਲ ਘੱਟ ਦਰਦ ਹੁੰਦੀ ਹੈ? ਦੇਖੋ ਜੀ, ਇਹ ਇਨਸੂਲਿਨ ਦਾ ਪੈਨ ਹੈ ਜਿਹੜਾ ਬੜਾ ਹੀ ਅੱਜ ਕੱਲ੍ਹ ਆਸਾਨੀ ਨਾਲ ਆਪਣਾ ਪੇਸ਼ੈਂਟ ਇਨਸੂਲਿਨ ਆਪਣੇ ਆਪ ਹੀ ਲਗਾ ਸਕਦਾ ਹੈ। ਇਹਦੇ 'ਚ ਕੋਈ ਇਨਸੂਲਿਨ ਭਰਨ ਦੀ ਲੋੜ ਨਹੀਂ ਹੁੰਦੀ ਹੈ। ਪ੍ਰੀ ਫਿਲਡ ਸਰਿੰਜ ਹੈ, ਅਸੀਂ ਇਹਦੇ ਵਿੱਚ ਪਾ ਦੇਣੀ ਕਾਰਟਰੇਜ, ਇਹਨੂੰ ਅਸੀਂ ਖੋਲ੍ਹਣਾ ਹੈ, ਇੱਥੇ ਯੂਨਿਟਸ ਲਿਖੇ ਹੋਏ ਨੇ, ਕਿੰਨੇ ਯੂਨਿਟਸ ਲਗਾਉਣੇ, ਉਹਨੂੰ ਡਾਇਲ ਨੂੰ ਘੁਮਾ ਲਿਆ, ਜਿੰਨੇ ਡਾਕਟਰ ਨੇ ਐਡਵਾਈਸ ਕੀਤੇ ਹੈ 8 ਯੂਨਿਟ, 10 ਯੂਨਿਟ, 12 ਯੂਨਿਟ ਉੱਥੇ ਲੈ ਲਿਆ, ਉਹਦੇ ਅੱਗੇ ਕਾਰਟਰੇਜ ਵਿੱਚ ਪਾ ਕੇ ਅੱਗੇ ਅਸੀਂ ਸਿੰਪਲ ਜੀ, ਬਹੁਤ ਛੋਟੀ ਜਿਹੀ ਨੀਡਲ ਹੁੰਦੀ ਹੈ ਸਰ, ਪਤਾ ਹੀ ਨਹੀਂ ਕਿਸੇ ਨੂੰ ਚੱਲਦਾ, ਇੰਨੀ ਛੋਟੀ ਜਿਹੀ ਨੀਡਲ, ਇਟ ਇਜ਼ ਨੋਨ ਐਜ਼ ਅ ਪੇਨਲੈਸ ਨੀਡਲ। ਇਸ ਤੋਂ ਪਤਲੀ ਬਰੀਕ ਨੀਡਲ ਅਜੇ ਤੱਕ ਕਿਸੇ ਵੀ ਇਸਤੇਮਾਲ 'ਚ ਨਹੀਂ ਕੀਤੀ ਜਾਂਦੀ। ਜਿੰਨੇ ਹੈਗੇ ਉਹਦੇ ਕਰਕੇ ਉਹਨੂੰ ਆਪਣੇ ਸਕਿਨ ਦੇ ਉੱਪਰ, ਇਹਦੇ ਪੇਟ ਦੇ ਇੱਥੇ ਰੱਖ ਕੇ ਇਹਨੂੰ ਦਬਾ ਦਿੱਤਾ, ਦੈਟਸ ਇਟ। ਇਹਦੇ 'ਚ ਪਤਾ ਵੀ ਨਹੀਂ ਪੇਸ਼ੈਂਟ ਨੂੰ ਚੱਲਦਾ, ਕੋਈ ਪੇਨ ਨਹੀਂ ਹੁੰਦੀ। ਜਿੰਨੇ ਯੂਨਿਟ ਲਗਾਉਣੇ ਆ ਉਹਨੂੰ ਅਸੀਂ ਆਪਣੇ ਆਪ ਘੁਮਾ ਕੇ ਕਰ ਸਕਦੇ ਹਾਂ। ਫਿਰ ਇਹਨੂੰ ਅਸੀਂ ਫ੍ਰਿਜ ਦੇ ਵਿੱਚ ਢੱਕਣ ਚੜ੍ਹਾ ਕੇ ਇਹਨੂੰ ਅਸੀਂ ਫ੍ਰਿਜ ਦੇ ਵਿੱਚ ਅਸੀਂ ਵਾਪਸ ਸੰਭਾਲ ਲੈਣਾ। ਡਾਕਟਰ, ਸ਼ੂਗਰ ਬਾਰੇ ਜਾਣਿਆ ਜਾਂਦਾ ਕਿ ਇਹਦੀਆਂ ਬਹੁਤ ਜ਼ਿਆਦਾ ਕੰਪਲਿਕੇਸ਼ਨ ਹੁੰਦੀਆਂ ਹਨ। ਬਹੁਤ ਜ਼ਿਆਦਾ ਕੰਪਲਿਕੇਸ਼ਨ ਕੀ ਹੁੰਦੀਆਂ ਹਨ ਸ਼ੂਗਰ ਦੇ ਮਰੀਜ਼ ਨੂੰ? ਸ਼ੂਗਰ ਦੀਆਂ ਮੁੱਖ ਜਿਹੜੀਆਂ ਕੰਪਲਿਕੇਸ਼ਨਸ ਨੇ, ਉਹ ਸਾਡੇ ਸਾਰੇ ਸਰੀਰ ਦੇ ਉੱਪਰ ਅਸਰ ਕਰਦੀਆਂ ਨੇ। ਸਾਡੇ ਉੱਪਰੋਂ ਸਿਰ ਤੋਂ ਲੈ ਕੇ ਪੈਰ ਤੱਕ, ਬ੍ਰੇਨ ਦੀਆਂ ਨਾੜੀਆਂ, ਅਧਰੰਗ ਦੇ ਅਟੈਕ, ਅੱਖਾਂ ਦੇ ਉੱਪਰ ਉਹਦਾ ਅਸਰ ਹੈ, ਪਿਛਲਾ ਪਰਦਾ ਡੈਮੇਜ ਹੋ ਜਾਂਦਾ ਹੈ, ਜੋ ਬਲਾਈਂਡਨੈਸ ਸਾਡੇ ਇੰਡੀਆ ਦੇ ਵਿੱਚ ਵਨ ਆਫ ਦੀ ਮੋਸਟ ਇੰਪੋਰਟੈਂਟ ਕਾਰਨ ਸ਼ੂਗਰ ਹੈ, ਜਿਹੜੀ ਬਲਾਈਂਡਨੈਸ ਦਾ ਕਾਰਨ ਹੈ ਮੋਤੀਏ ਤੋਂ ਬਾਅਦ। ਤੀਸਰਾ ਹਾਰਟ ਅਟੈਕ, ਮੇਜਰ ਹਾਰਟ ਅਟੈਕ ਇੱਕ ਬਹੁਤ ਵੱਡਾ ਇਹਦੀ ਕੰਪਲਿਕੇਸ਼ਨ ਹੈ। ਚੌਥਾ ਕਿਡਨੀ ਫੇਲੀਅਰ, ਗੁਰਦੇ ਫੇਲ ਹੋ ਜਾਣਾ। ਇੰਡੀਆ ਦੇ ਵਿੱਚ ਅਗੇਨ ਪੱਥਰੀਆਂ ਤੇ ਸ਼ੂਗਰ ਮੇਨ ਕਿਡਨੀ ਫੇਲੀਅਰ ਦੇ ਕਾਰਨ ਹਨ। ਪੰਜਵੀਂ ਚੀਜ਼ ਹੁੰਦੀ ਹੈ ਪੇਸ਼ੈਂਟ ਦੇ ਹੱਥ ਪੈਰ ਸੁੱਤੇ ਰਹਿਣੇ, ਨਮਨੈਸ ਆ ਜਾਣੀ, ਪੈਦਲ ਚੱਲਣ 'ਚ ਮੁਸ਼ਕਿਲ ਆਣੀ, ਪੈਰਾਂ ਭਾਰ ਬੈਠਣ 'ਚ ਮੁਸ਼ਕਿਲ ਆਣੀ, ਨਾੜੀਆਂ ਕਮਜ਼ੋਰ ਹੋ ਜਾਣੀਆਂ, ਡੈਡ ਹੋ ਜਾਣੀਆਂ, ਵੀਕਨੈਸ ਆ ਜਾਣੀ, ਸੈਕਸ਼ੂਅਲ ਵੀਕਨੈਸ ਦਾ ਆਣਾ, ਕੋਈ ਇਨਫੈਕਸ਼ਨ ਹੋ ਜਾਵੇ, ਕਿਤੇ ਜ਼ਖਮ ਹੋ ਜਾਵੇ, ਉਹਦਾ ਨਾ ਭਰਨਾ। ਦਵਾਈਆਂ ਬੰਦਾ ਖਾਂਦਾ ਰਹਿੰਦਾ, ਇੰਜੈਕਸ਼ਨਸ ਲਗਵਾਉਂਦਾ ਹੈ, ਇਲਾਜ ਕਰਾਉਂਦਾ, ਲੇਕਿਨ ਉਹ ਨਹੀਂ ਭਰਦੇ, ਉਹ ਫਿਰ ਸੈਪਟੀਸੀਮੀਆ 'ਚ ਪੇਸ਼ੈਂਟ ਚਲੇ ਜਾਂਦੇ ਨੇ। ਇਹ ਸਾਰੀਆਂ ਕੰਪਲਿਕੇਸ਼ਨਸ ਸ਼ੂਗਰ ਕਰਕੇ ਆਉਂਦੀਆਂ ਹਨ। ਤੇ ਜੇ ਮਰੀਜ਼ ਨੂੰ ਕੰਪਲਿਕੇਸ਼ਨਾਂ ਹੋ ਗਈਆਂ, ਉਹਨੂੰ ਡਾਕਟਰ ਕੋਲ ਕਿੰਨੀ ਦੇਰ ਬਾਅਦ ਜਾਣਾ ਚਾਹੀਦਾ ਆਪਣੇ ਚੈੱਕਅਪ ਲਈ? ਦੇਖੋ ਜੀ, ਐਵਰੇਜ ਅਸੀਂ ਕਹਿੰਦੇ ਹੁੰਦੇ ਆ ਕਿ ਪੇਸ਼ੈਂਟ ਨੂੰ ਆਪਣੀ ਸ਼ੂਗਰ
खुद घरे मॉनिटरिंग करनी चाहिए है, अपना ग्लूकोमीटर रखना चाहिए है। जे ਉਹਦੀ ਸ਼ੂਗਰ नॉर्मल चल रही है फिर वो हफ्ते 10 दिन एक बारी ਜ਼ਰੂਰ ਸ਼ੂਗਰ ਆਪਣੀ ਚੈੱਕ ਕਰਿਆ ਕਰੇ। ਜੇ ਨॉर्मल रेंज ਦੇ ਵਿੱਚ ਸ਼ੂਗਰ ਚੱਲ ਰਹੀ ਹੈ, नॉर्मल अडल्ट है, कोई कॉम्प्लीकेशनस ਉਹਨੂੰ नहीं आ रही, वो तीजे चौथे महीने अपने डॉक्टर को आ सकता है। साल 'ਚ 3 या 4 ਵਾਰੀ आंदा रहे तो बिल्कुल ठीक है। पर जे कोई कॉम्प्लीकेशन ਉਹਨੂੰ ਆਈਆਂ ਹੋਈਆਂ ਕਿਸੇ ਵੀ किस्म ਦੀਆਂ, फिर जिमें ਉਹਦਾ रिजल्ट ਰਹਿੰਦਾ ਹੈ ਉਹ ਡਾਕਟਰ ਉਹਨੂੰ प्रिस्क्राइब करेगा, फिर तकरीबन ਉਹਨੂੰ ਮਹੀਨੇ के बाद एक बारी ਜ਼ਰੂਰ आना चाहिए है। डॉक्टर साहब कहते कि अखां ते शूगर बहुत ज़्यादा असर करती है, तो किसी भी मरीज़ ਨੂੰ ਆਪਣੀਆਂ ਅੱਖਾਂ रूटीन च चैकअप करानी चाहिए जद कि हालांकि कोई शुरुआती लक्षण ना भी आए होण। बिल्कुल सही गल है जी। हर शूगर के मरीज़ का एनुअली यानी साल 'ਚ एक बारी असी अखां का चैकअप जरूर करवाने हैं, जिहदे पिछला परदा जिन्हों रैटिना कहा जाता है उन्होंने असी एग्जामिन जरूर किया जाता है कि उहदे 'ਚ कोई डैमेज तो नहीं आ रही, कोई नुकसान तो नहीं हो रहा। इसी तरह शूगर के नाल किडनी उपर भी असी उन्होंने बार बार उन्होंने 6 महीने तो साल बाद उहदा जरूर चैकअप होना जरूरी होता है। जिहड़ी शूगर की तकलीफ है वो गुर्दियां ते किद्दां असर करती है, साडे दर्शकों थोड़ा जिहा एक्सप्लेन करो। शूगर कोई भी ऑर्गन के उपर डैमेज करती है, चाहे अखां के उपर, हार्ट के उपर, किडनी के उपर। ਇਹਦਾ बेसिक की ਹੁੰਦਾ है कि ये ब्लड वैसल साडी ਹੁੰਦੀਆਂ ਨੇ खून ਦੀਆਂ, ਸਾਡੀ ਜਿਹੜੀ खून ਦੇ ਵਿੱਚ ਸ਼ੂਗਰ ਜ਼ਿਆਦਾ ਹੈ, ਜਿਹੜੀ खून ਦੀਆਂ ਨਸਾਂ ਹੁੰਦੀਆਂ ਉਹਦੀ ਅੰਦਰਲੀ ਲੇਅਰ ਹੁੰਦੀ ਹੈ ਐਂਡੋਥੀਲੀਅਮ। ਸ਼ੂਗਰ ਜਦੋਂ ਵਧੀ ਹੁੰਦੀ ਹੈ ਇਹ ਐਂਡੋਥੀਲੀਅਮ ਨੂੰ ਡਿਸਟਰੋਏ ਕਰ ਦਿੰਦੀ ਹੈ। ਸੋ ਉਹਦੇ ਵਿੱਚੋਂ ਨਿਕਲ ਕੇ ਸ਼ੂਗਰ ਉਸ ਆਰਗਨ ਦੇ ਅੰਦਰ ਚਲੀ ਜਾਂਦੀ ਹੈ, ਚਾਹੇ ਕਿਡਨੀ ਦੇ ਵਿੱਚ, ਚਾਹੇ ਉਹ ਅੱਖਾਂ ਦੇ ਵਿੱਚ, ਚਾਹੇ ਹਾਰਟ ਦੇ ਵਿੱਚ। ਉੱਥੇ ਜ਼ਿਆਦਾ ਮਾਤਰਾ ਦੇ ਵਿੱਚ ਜਾਣ ਕਰਕੇ ਸ਼ੂਗਰ उसनू डैमेज करती है। एक डॉक्टर कई बार सुनने चाहता कि शूगर का मरीज सीगा, उसनू साइलेंट हार्ट अटैक हो गया, रात को सोया सी वो सुता ही रह गया। ये साइलेंट हार्ट अटैक की हुंदा है? शूगर दे विच साइलेंट हार्ट अटैक का मतलब की हुंदा है, अटैक तो आ गया हार्ट अटैक, लेकिन पेशेंट ਉਹਦੇ सिम्पटम्स महसूस नहीं होंगे, ਉਹਨੂੰ दर्द नहीं आती छाती दे विच, माड़ा जिहा साह चढ़िया ਜਾਂ माड़ी जी घबराहट हुई, बंदा डॉक्टर को आया या ਉਹਦਾ एकदम BP डाउन हो गया, ECG की, हार्ट अटैक आ गया। ਇਹ क्यों हुंदा है? जिदा मैं तुहानूं पहलां दस्सिया कि शूगर की एक मुख्य कॉम्प्लीकेशन है, यह नसां के उपर असर करती है, यह साडियां नर्व्स नाड़ियां के उपर असर करती है, सुन्न कर दिंदी है। सो जिहड़ी साडी पेन की परसैप्शन है, जिहड़ी साडी दर्द महसूस करने की शक्ति है वो नहीं हुंदी। उहदे करके जो अटैक आया भी अंदरों तो दर्द होंदी है, लेकिन जिहड़ी नसां ने वो सिग्नल नहीं भेजदियां पेन का, सो पेशेंट नूं दर्द महसूस नहीं हुंदी। पैर दे भी जख्म तां ही हुंदे ने शूगर के मरीज़ों दे विच। बंदा कई बार पैरी चल रहा, पैदल चल रहा है, उन्हें देखा कि कोई किसी को कोई सट लग जाए, माड़ा जिहा जख्म हो जाए, पैर से दर्द बहुत होंदी है, लेकिन नसां कमज़ोर होने करके उन्होंने दर्द नहीं होंदी। असी पैर का निचला हिस्सा कई बार आप देखते भी नहीं है, चैक भी नहीं करते। सो उत्थे जो जख्म होया हुंदा वो पेनलैस हुंदा, बिना दर्द तो हुंदा, वो हौली हौली वधी जांदा है, तो ਉਹਦੇ ਕਰਕੇ ਜ਼ਖਮ ਵੱਡਾ ਹੁੰਦਾ ਰਹਿੰਦਾ ਤੇ ਪ੍ਰੋਬਲਮਸ ਆਉਂਦੀਆਂ। ਹਾਂਜੀ, ਨਾਲੇ ਕਹਿੰਦੇ ਹੁੰਦੇ ਡਾਕਟਰ ਸਾਹਿਬ ਕਿ ਪੈਰ ਦਾ ਧਿਆਨ ਜਿਹੜਾ ਨਾ ਫੇਸ ਤੋਂ ਵੀ ਜ਼ਿਆਦਾ ਰੱਖਣਾ ਚਾਹੀਦਾ ਹੈ। ਬਿਲਕੁਲ ਠੀਕ ਗੱਲ ਹੈ। ਸ਼ੂਗਰ ਦੇ ਮਰੀਜ਼ ਨੂੰ ਅਸੀਂ ਜਦੋਂ ਸਾਡੇ ਕੋਲ ਪਹਿਲੀ ਵਾਰੀ ਕੋਈ ਵੀ ਸ਼ੂਗਰ ਦਾ ਮਰੀਜ਼ ਆਉਂਦਾ ਹੈ, ਉਹਨੂੰ ਅਸੀਂ ਫਸਟ ਵਿਜ਼ਿਟ ਤੇ ਇਹ ਗੱਲ ਜ਼ਰੂਰ ਕਹਿੰਦੇ ਆ ਕਿ ਆਪਣਾ ਨਹਾਉਣ ਵੇਲੇ ਹਮੇਸ਼ਾ ਹਰ ਰੋਜ਼ ਪੈਰ ਧੋਣੇ ਹੈ ਤੇ ਉਹਨੂੰ ਇੱਕ ਵਾਰੀ ਚੈੱਕ ਵੀ ਕਰਨਾ ਹੈ ਸਵੇਰੇ ਕਿ ਉੱਥੇ ਕੋਈ ਜ਼ਖਮ ਤੇ ਨਹੀਂ ਹੈਗਾ। ਡਾਕਟਰ ਸਾਹਿਬ ਜਿਹੜਾ ਸ਼ੂਗਰ ਦਾ ਮਰੀਜ਼ ਹੈ ਰੈਗੂਲਰ ਦਵਾਈ ਲੈਂਦਾ ਪਿਆ ਤੇ ਉਹਦੀ ਸ਼ੂਗਰ ਘਟ ਕਿਸ ਤਰ੍ਹਾਂ ਜਾਂਦੀ ਹੈ ਤੇ ਕਿਉਂ ਘਟਦੀ ਹੈ? ਜੇ ਮਰੀਜ਼ ਦੀ ਸ਼ੂਗਰ ਡਾਊਨ ਹੋਊਗੀ ਤੇ ਡਾਊਨ ਆਉਣ ਤੇ ਕੀ ਲੱਛਣ ਕੀ ਆਉਂਦੇ ਹਨ? ਸ਼ੂਗਰ ਸਿਰਫ ਰਾਤੀ ਨਹੀਂ, ਸਵੇਰੇ ਵੀ ਕਈ ਵਾਰੀ ਘਟ ਜਾਂਦੀ ਹੈ, ਦੁਪਹਿਰੇ ਵੀ ਘਟ ਸਕਦੀ ਹੈ। ਇਹਦੇ 2-3 ਤਰ੍ਹਾਂ ਦੇ ਮੁੱਖ ਇਹਦੇ ਕਾਰਨ ਹੁੰਦੇ ਹਨ। ਇੱਕ ਹੁੰਦਾ ਹੈ ਕਿ ਜੇ ਕੋਈ ਵੀ ਦਵਾਈ ਇਨਸੂਲਿਨ ਡੋਜ਼ ਕੁਝ ਸੈੱਟ ਕਰ ਦਿੱਤੀ ਪੇਸ਼ੈਂਟ ਨੂੰ ਖਾਣਾ ਖਾਣਾ ਹੈ, ਦਵਾਈ ਖਾਣੀ ਹੈ ਤੇ ਉਹਨੇ ਆਪਣਾ ਨਾਰਮਲ ਜ਼ਿੰਦਗੀ ਜੀਣੀ ਹੈ। ਜੇ ਪੇਸ਼ੈਂਟ ਦਵਾਈ ਤੇ ਖਾ ਲਵੇ और रोटी ना खावे, ਉਹਨੂੰ ਅੱਜ ਭੁੱਖ नहीं लगी किसी कारण, ਜਾਂ ਉਹਨੇ ਖਾਣਾ ਘੱਟ ਖਾ ਲਿਆ, ਦਵਾਈ ਪੂਰੀ ਖਾ ਲਈ, ਖਾਣਾ ਘੱਟ ਖਾ ਲਿਆ, ਸੋ ਉਹਦੀ ਜਿਹੜੀ ਖਾਣੇ ਤੇ ਦਵਾਈ ਦੀ ਰੇਸ਼ੋ ਹੈ ਉਹ ਬਦਲ ਗਈ, ਸੋ ਦਵਾਈ ਦਾ ਅਸਰ ਜ਼ਿਆਦਾ ਆ ਜਾਏਗਾ, ਸ਼ੂਗਰ ਘਟ ਜਾਏਗੀ। ਦੂਸਰੀ ਚੀਜ਼ ਹੁੰਦੀ ਹੈ ਜੇ ਪੇਸ਼ੈਂਟ ਨੂੰ ਉਲਟੀਆਂ ਲੱਗੀਆਂ ਹੋਈਆਂ ਹਨ, ਉਹਨੂੰ ਕੋਈ ਇਨਫੈਕਸ਼ਨ ਹੋਈ ਹੈ, ਉਹ ਖਾਣਾ ਖਾਧਾ ਬਾਹਰ ਆ ਗਿਆ, ਸੋ ਉਹਨੇ ਦਵਾਈ ਖਾ ਚੁੱਕਾ ਹੈ, ਸੋ ਉਹਦੀ ਸ਼ੂਗਰ ਡਾਊਨ ਆ ਜਾਂਦੀ ਹੈ। तीसरी चीज़ होंदी है जदों किडनी उपर असर पै चुका होंदा है, किडनी फेलियर के पेशेंट्स होंदे हन, ਉਹਦੇ ਵਿੱਚ ਸਾਡੀ ਸ਼ੂਗਰ ਜਿਹੜੀ ਦਵਾਈ ਅਸੀਂ ਖਾਂਦੇ ਹਾਂ ਨਾਰਮਲੀ ਬਲੱਡ ਦੇ ਵਿੱਚੋਂ ਕਿਡਨੀ ਚੋਂ ਬਾਥਰੂਮ ਦੇ ਵਿੱਚੋਂ ਨਿਕਲ ਜਾਂਦੀ ਹੈ, ਅਗਲੇ ਦਿਨ ਉਹ ਦੁਬਾਰਾ ਦਵਾਈ ਖਾਂਦਾ ਹੈ, ਫਿਰ ਦੁਬਾਰਾ ਖਾਂਦਾ ਹੈ। ਜਦੋਂ ਕਿਡਨੀ ਘੱਟ ਕੰਮ ਕਰਦੀ ਹੈ ਉਹ ਦਵਾਈ ਪੂਰੀ ਤਰ੍ਹਾਂ ਨਹੀਂ ਨਿਕਲਦੀ, ਸਮਝ ਲਵੋ 10-20% ਅੰਦਰ ਬਚ ਗਈ, ਅਗਲੇ ਦਿਨ ਆਪਾਂ ਦਵਾਈ ਫਿਰ ਖਾ ਲਈ, ਉਹਦਾ 10-20% ਪਿਛਲੇ ਦਿਨ ਦੀ ਵੀ ਸ਼ੂਗਰ ਦੀ ਦਵਾਈ ਬਚੀ ਹੋਈ ਸੀ, ਉਹ ਫਿਰ ਬਾਥਰੂਮ ਚੋਂ ਨਿਕਲੀ ਲੇਕਿਨ ਪੂਰੀ ਨਹੀਂ ਨਿਕਲੀ, ਉਹ 30% ਬਚ ਗਈ। ਸੋ
ਤੀਜੇ ਦਿਨ ਉਹ ਦਵਾਈ ਖਾਂਦਾ ਪੂਰੀ ਮਾਤਰਾ ਦੇ ਵਿੱਚ, ਚੌਥੇ ਦਿਨ ਖਾਂਦਾ, ਹੌਲੀ ਹੌਲੀ ਚੌਥੇ ਪੰਜਵੇਂ ਦਿਨ ਉਹਦੀ ਮਾਤਰਾ ਆਲਮੋਸਟ ਡਬਲ ਹੋ ਜਾਂਦੀ ਹੈ ਦਵਾਈ ਦੀ। ਸੋ ਉਹਦੇ ਨਾਲ ਸਾਡੀ ਸ਼ੂਗਰ ਦਾ ਲੈਵਲ ਡਾਊਨ ਆ ਜਾਂਦਾ ਹੈ। ਜਿਵੇਂ ਸ਼ੂਗਰ ਦਾ ਇਲਾਜ ਕਰਨਾ, ਵਧੀ ਸ਼ੂਗਰ ਦਾ ਇਲਾਜ ਕਰਨਾ ਜ਼ਰੂਰੀ ਹੈ। ਸ਼ੂਗਰ ਬਹੁਤ ਜ਼ਿਆਦਾ ਘਟਣੀ ਨਹੀਂ ਚਾਹੀਦੀ, ਪਲੱਸ ਇਹਦੇ ਲੱਛਣ ਦੀ ਪਹਿਚਾਣ ਹੋਣੀ ਚਾਹੀਦੀ ਮਰੀਜ਼ਾਂ ਨੂੰ। ਸਭ ਤੋਂ ਪਹਿਲੀ ਚੀਜ਼ ਘਬਰਾਹਟ ਹੋਣਾ, ਤਰੇਲੀਆਂ ਆ ਜਾਣਾ, ਧੜਕਣ ਤੇਜ਼ ਹੋ ਜਾਣਾ, ਸਾਹ ਬਹੁਤ ਜ਼ਿਆਦਾ ਚੜ੍ਹਨਾ, ਹੱਥ ਕੰਬਣੇ ਸ਼ੁਰੂ ਹੋ ਜਾਣੇ, ਅੱਖਾਂ ਅੱਗੇ ਹਨੇਰਾ ਆ ਜਾਵੇ, ਬੰਦਾ ਕਹੇ ਡਾਕਟਰ ਸਾਹਿਬ ਮੈਨੂੰ ਠੰਡੀ ਤਰੇਲੀ ਆ ਗਈ, ਮੇਰੇ ਕੋਲੋਂ ਲੱਤਾਂ ਤੇ ਭਾਰ ਨਹੀਂ ਸਿਆ ਗਿਆ। ਇਹ ਮੁੱਖ ਕਾਰਨ ਹੁੰਦੇ ਹਨ ਸ਼ੂਗਰ ਘਟਣ ਦੇ। ਉਦੋਂ ਜੇ ਤੇ ਪੇਸ਼ੈਂਟ ਕੋਲ ਆਪਣਾ ਗਲੂਕੋਮੀਟਰ ਹੈ, ਇੱਕਦਮ ਪਹਿਲਾਂ ਸ਼ੂਗਰ ਚੈੱਕ ਕਰ ਲਵੇ ਤੇ ਉਹਦੇ ਹਿਸਾਬ ਨਾਲ ਆਪਣੀ ਕੋਈ ਮਿੱਠੀ ਚੀਜ਼ ਖਾ ਲਵੇ। ਜੇ ਨਹੀਂ ਵੀ ਹੈਗਾ, ਅਸੀਂ ਪੇਸ਼ੈਂਟ ਨੂੰ ਕਹਿੰਦੇ ਹਾਂ ਰਾਤੀ ਸੌਣ ਵੇਲੇ ਜਾਂ ਕਿਤੇ ਵੀ ਆਪਣੇ ਆਫਿਸ ਜਾਂਦਾ ਹੈ, ਸਫ਼ਰ ਕਰਦਾ ਹੈ, ਆਪਣੀ ਜੇਬ ਦੇ ਵਿੱਚ ਕੋਈ ਮਿੱਠੀ ਟੌਫੀ, ਕੋਈ ਮਿੱਠੀ ਖੰਡ, ਕੋਈ ਗੁੜ ਸ਼ੱਕਰ ਜ਼ਰੂਰ ਨੇੜੇ ਜਾਂ ਬੈੱਡ ਦੇ ਨੇੜੇ ਹੋਣਾ ਚਾਹੀਦਾ ਹੈ ਕਿ ਕਦੇ ਵੀ ਇਹੋ ਜਿਹੇ ਲੱਛਣ ਆਉਣ ਉਦੋਂ ਥੋੜ੍ਹੀ ਜਿਹੀ ਕੋਈ ਮਿੱਠੀ ਚੀਜ਼ ਆਪਣੇ ਮੂੰਹ ਦੇ ਵਿੱਚ ਪਾ ਲਈ। ਦੋਸਤੋ ਦੇਖਿਆ ਜਾਵੇ ਸ਼ੂਗਰ ਦੀ ਤਕਲੀਫ ਜਿਹੜੀ ਆਦਮੀ ਦਾ ਲਾਈਫ ਸਟਾਈਲ ਤਾਂ ਬਦਲ ਦਿੰਦੀ ਹੈ ਤੇ ਉਹਦਾ ਖਾਣ ਪੀਣ ਦਾ ਢੰਗ ਵੀ ਬਦਲ ਦਿੰਦੀ ਹੈ। ਕੀ ਤੁਸੀਂ ਉਹਨੂੰ ਕੋਈ ਡਾਈਟ ਚਾਰਟ ਵਗੈਰਾ ਵੀ ਪ੍ਰਸਕ੍ਰਾਈਬ ਕਰਦੇ ਹੋ? ਬਹੁਤ ਜ਼ਰੂਰੀ ਹੁੰਦਾ ਹੈ ਜੀ। ਹਰ ਪੇਸ਼ੈਂਟ ਨੂੰ ਅਸੀਂ ਡਾਈਟ ਚਾਰਟ ਨਹੀਂ ਪ੍ਰਸਕ੍ਰਾਈਬ ਕਰਦੇ, ਲੇਕਿਨ ਡਾਈਟ ਬਾਰੇ ਜ਼ਰੂਰ ਸਮਝਾਇਆ ਜਾਂਦਾ ਹੈ। ਡਾਈਟ ਸਾਡੀਆਂ 3-4 ਚੀਜ਼ਾਂ ਦੀ ਬਣੀਆਂ ਹੁੰਦੀਆਂ ਹਨ। ਇੱਕ ਹੁੰਦਾ ਕਾਰਬੋਹਾਈਡਰੇਟਸ ਜਿਹਨੂੰ ਅਸੀਂ ਸ਼ੂਗਰ ਕਹਿੰਦੇ ਹਾਂ, ਦੂਸਰਾ ਹੁੰਦਾ ਜੀ ਪ੍ਰੋਟੀਨਸ ਜਿਹਨੂੰ ਅਸੀਂ ਜਿਹੜਾ ਮਸਲ ਬਿਲਡਿੰਗ ਚੀਜ਼ ਹੁੰਦੀ ਹੈ, ਤੀਸਰੇ ਹੁੰਦੇ ਨੇ ਫੈਟਸ, ਘਿਓ ਮੱਖਣ ਵਾਲੀਆਂ ਚੀਜ਼ਾਂ, ਤੇ ਚੌਥੀ ਚੀਜ਼ ਹੁੰਦੀ ਹੈ ਮਲਟੀਵਿਟਾਮਿਨਸ ਤੇ ਮਿਨਰਲਸ ਦੇ ਵਿੱਚ। ਹੁਣ ਇਹਦੇ ਇੱਕ ਬੈਲੈਂਸ ਡਾਈਟ ਹੋਣੀ ਚਾਹੀਦੀ ਹੈ। ਪੇਸ਼ੈਂਟ ਨੂੰ ਓਪਰਾ ਖੰਡ ਗੁੜ ਸ਼ੱਕਰ ਨਹੀਂ ਖਾਣਾ। ਜਿਹੜਾ ਲੋਕੀ ਚਾਹ ਦੇ ਵਿੱਚ ਖੰਡ ਪਾ ਲੈਂਦੇ ਆ, ਦੁੱਧ ਦੇ ਵਿੱਚ ਖੰਡ ਪਾ ਲੈਂਦੇ ਆ, ਮਿਠਾਈਆਂ ਜ਼ਿਆਦਾ ਖਾਂਦੇ ਨੇ, ਪਲੱਸ ਜੂਸ ਪੀ ਲੈਂਦੇ ਨੇ, ਉਹ ਨਹੀਂ ਹੋਣਾ ਚਾਹੀਦਾ। ਫਿਰ ਮਿੱਠੇ ਫਲਾਂ ਨੂੰ ਅਸੀਂ ਥੋੜ੍ਹਾ ਜਿਹਾ ਪਰਹੇਜ਼ ਕਰਾਉਂਦੇ ਹਾਂ। ਅੰਗੂਰ ਹੋ ਗਏ, ਗ੍ਰੇਪਸ, ਅਨਾਰ, ਮੈਂਗੋ, ਅੰਬ, ਖਰਬੂਜਾ, ਇਹਨੂੰ ਅਸੀਂ ਘਟਾ ਦਿੰਦੇ ਹਾਂ। ਨੋਰਮਲ ਪੇਸ਼ੈਂਟ ਫਲ ਆਪਣੇ ਖਾ ਸਕਦਾ ਹੈ, ਅਮਰੂਦ, ਮੌਸੰਮੀ, ਸੰਤਰਾ, ਪਪੀਤਾ, ਜਾਮੁਨ, ਇਹ ਪੇਸ਼ੈਂਟ ਖਾ ਸਕਦਾ ਹੈ। ਦੱਸੋ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਜਿਹੜੀ ਪ੍ਰੀ ਡਾਇਬਟਿਕ ਟਰਮ ਹੈ, ਜਿਹੜੀ ਨਵੀਂ ਟਰਮ ਸ਼ੁਰੂ ਹੋਈ ਹੈ, ਇਹ ਕੀ ਚੀਜ਼ ਹੈ? ਇਹਨੂੰ ਕਿਸ ਤਰ੍ਹਾਂ ਡਾਇਗਨੋਸ ਕਰਦੇ, ਆਪਾਂ ਕਿਹਨੂੰ ਲੇਬਲ ਕਰਦੇ ਕਿ ਬੰਦਾ ਪ੍ਰੀ ਡਾਇਬਟਿਕ ਹੈ? ਦੇਖੋ ਇਸ ਤਰ੍ਹਾਂ ਹੈ, ਕੋਈ ਵੀ ਬਿਮਾਰੀ ਹੁੰਦੀ ਹੈ, ਪੁਰਾਣਾ ਜ਼ਮਾਨਾ ਇੱਕ ਹੁੰਦਾ ਸੀ ਪੇਸ਼ੈਂਟ ਡਾਕਟਰ ਕੋਲ ਜਾਂਦੇ ਹੀ ਨਹੀਂ ਸੀ। ਹੁੰਦਾ ਸੀ ਬਿਮਾਰ ਹੋਏ ਡਾਕਟਰ ਕੋਲ ਗਏ, ਇਲਾਜ ਕੀਤਾ, ਦਵਾਈ ਆ ਗਈ ਤੇ ਆਪਣਾ ਇਲਾਜ ਕਰਦੇ ਰਹੇ। ਅੱਜ ਕੱਲ੍ਹ ਜ਼ਮਾਨਾ ਆ ਗਿਆ ਹੈਲਦੀ ਲਿਵਿੰਗ ਦਾ, ਕਿ ਅਸੀਂ ਮਰੀਜ਼ ਬਣੀਏ ਹੀ ਨਾ ਜੋ ਹੋਣਾ ਚਾਹੀਦਾ। ਸੋ ਪ੍ਰੀ ਡਾਇਬਟਿਕ ਇੱਕ ਐਸੀ ਟਰਮੀਨੋਲੋਜੀ ਹੈ, ਉਹ ਵਾਲੇ ਇਨਸਾਨਾਂ ਨੂੰ ਲੱਭਣਾ ਕਿ ਜਿਹੜੇ ਸ਼ੂਗਰ ਦੇ ਮਰੀਜ਼ ਆਉਣ ਵਾਲੇ ਸਮੇਂ 'ਚ ਬਣ ਸਕਦੇ ਨੇ, ਉਹਨਾਂ ਨੂੰ ਲੱਭਿਆ ਜਾਵੇ, ਉਹਨਾਂ ਨੂੰ ਇਹੋ ਜਿਹਾ ਲਾਈਫ ਸਟਾਈਲ ਨਾਲ ਉਹਦੇ ਪਰਹੇਜ਼ ਕੀਤੇ ਜਾਣ ਕਿ ਉਹ ਮਰੀਜ਼ ਬਣਨ ਹੀ ਨਾ। ਪ੍ਰੀ ਡਾਇਬਟਿਕ ਇੱਕ ਐਸੀ ਟਰਮੀਨੋਲੋਜੀ ਹੈ ਜਿਹਦੀ ਨਾਰਮਲ ਖਾਲੀ ਪੇਟ ਬਲੱਡ ਸ਼ੂਗਰ 100 ਤੇ 125 ਦੇ ਵਿੱਚ ਰਹਿੰਦੀ ਹੈ। ਉਹਨੂੰ ਅਸੀਂ ਦਵਾਈ ਤੇ ਨਹੀਂ ਦਿੰਦੇ, ਲੇਕਿਨ ਉਹਨੂੰ ਅਸੀਂ ਪ੍ਰੀ ਡਾਇਬਟਿਕ ਕਹਿੰਦੇ ਹਾਂ ਕਿ ਭਾਈ ਤੁਹਾਨੂੰ ਆਉਣ ਵਾਲੇ 1, 2, 5 ਸਾਲਾਂ 'ਚ ਜੇ ਤੁਸੀਂ ਆਪਣੇ ਆਪ ਨੂੰ ਨਹੀਂ ਬਦਲਿਆ ਤਾਂ ਤੁਸੀਂ ਸ਼ੂਗਰ ਦੇ ਮਰੀਜ਼ ਬਣ ਜਾਓਗੇ। ਸੋ ਉਹ ਪੇਸ਼ੈਂਟਸ ਨਾ ਬਣਨ, ਇਸ ਲਈ ਇਹਨੂੰ ਬਹੁਤ ਜ਼ਿਆਦਾ ਹਾਈਲਾਈਟ ਕੀਤਾ ਜਾਂਦਾ ਪਿਆ ਕਿ ਪ੍ਰੀ ਡਾਇਬਟਿਕ ਹੋ। ਇਹ ਡਰਨ ਦੀ ਗੱਲ ਨਹੀਂ ਹੈ, ਇੱਕ ਸਮਝ ਦੀ ਗੱਲ ਹੈ ਕਿ ਅਸੀਂ ਆਪਣੇ ਆਪ ਨੂੰ ਬਦਲੀਏ ਤੇ ਆਪਾਂ ਹੈਲਦੀ ਰਹੀਏ ਆਪਣੀ ਜ਼ਿੰਦਗੀ ਦੇ ਵਿੱਚ। ਡਾਕਟਰ ਸਾਹਿਬ, ਜਿਹੜਾ ਸ਼ੂਗਰ ਦਾ ਮਰੀਜ਼ ਹੈ, ਇਹਨੂੰ ਡਾਈਟ ਬਾਰੇ ਜਾਂ ਲਾਈਫ ਸਟਾਈਲ ਬਾਰੇ ਤੁਸੀਂ ਕੀ ਐਡਵਾਈਸ ਦਿਓਗੇ? ਮੇਰਾ ਇਹੀ ਸੰਦੇਸ਼ ਹੈ ਕਿ ਅਸੀਂ ਸ਼ੂਗਰ ਦੀ ਬਿਮਾਰੀ ਤੋਂ ਡਰੀਏ ਨਾ, ਇੱਕ ਹੈਲਦੀ ਆਪਣਾ ਲਾਈਫ ਸਟਾਈਲ ਰੱਖੀਏ। ਅਸੀਂ ਖੁਸ਼ੀ ਨਾਲ ਆਪਣੀ ਲਾਈਫ ਨੂੰ ਜ਼ਿੰਦਗੀ ਜੀਣੀ ਹੈ, ਪਰਹੇਜ਼ ਕਰਨਾ ਹੈ, ਐਕਸਰਸਾਈਜ਼ ਕਰਨਾ ਹੈ ਤੇ ਸਟ੍ਰੈਸ ਫ੍ਰੀ ਲਾਈਫ ਜੀਣੀ ਚਾਹੀਦੀ ਹੈ। ਪਿਆਰੇ ਦਰਸ਼ਕੋ, ਹੁਣ ਤੱਕ ਤੁਸੀਂ ਇੰਨੀ ਵਧੀਆ ਟਾਕ ਡਾਕਟਰ ਢਿੰਗਰਾ ਦੁਆਰਾ ਦਿੱਤੀ ਜਾਣ ਤੋਂ ਬਾਅਦ ਜਾਣ ਗਏ ਹੋਵੋਗੇ ਕਿ ਜਿਹੜੀ ਸ਼ੂਗਰ ਦੀ ਤਕਲੀਫ ਹੈ, ਇਹ ਬਿਮਾਰੀ ਦਾ ਜੇ ਸਹੀ ਇਲਾਜ ਕਰਾਇਆ ਜਾਵੇ ਤਾਂ ਇਹ ਬਿਮਾਰੀ ਦੀਆਂ ਅਲਾਮਤਾਂ ਤੋਂ, ਇਸ ਦੀਆਂ ਕੰਪਲਿਕੇਸ਼ਨਾਂ ਤੋਂ ਤੁਸੀਂ ਆਰਾਮ ਨਾਲ ਬਚ ਸਕਦੇ ਹੋ। ਜੇ ਡਾਕਟਰ ਤੁਹਾਨੂੰ ਸਲਾਹ ਦਿੰਦਾ ਹੈ ਕਿ ਇਨਸੂਲਿਨ ਦਾ ਟੀਕਾ ਲਗਾਉਣਾ ਹੈ ਤਾਂ ਇਨਸੂਲਿਨ ਦਾ ਟੀਕਾ ਜ਼ਰੂਰ ਲਗਵਾਓ। ਜਿਸ ਤਰ੍ਹਾਂ ਡਾਕਟਰ ਤੁਹਾਨੂੰ ਹਿਦਾਇਤ ਦਿੰਦਾ ਉਸ ਤਰ੍ਹਾਂ ਦਾ ਹੀ ਇਲਾਜ ਕਰਾਓ ਤੇ ਇੱਕ ਸਪੈਸ਼ਲਿਸਟ ਤੋਂ ਹੀ ਇਲਾਜ ਕਰਾਓ। ਡਾਕਟਰ ਢਿੰਗਰਾ, ਤੁਸੀਂ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਨੂੰ ਇੰਨੀ ਵਧੀਆ ਜਾਣਕਾਰੀ ਦਿੱਤੀ, ਇਸ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਥੈਂਕ ਯੂ ਜੀ। ਮੈਨੂੰ ਆ ਬਹੁਤ ਅੱਛਾ ਲੱਗਿਆ। ਜੇ ਦਰਸ਼ਕ ਇਸ ਚੀਜ਼ ਦੇ ਵਿੱਚ ਜਾਣਗੇ, ਇਸ ਬਿਮਾਰੀ ਤੋਂ ਬਚਣਗੇ, ਇੰਡੀਆ ਦੀ ਕੈਪੀਟਲ ਨਾ ਬਣੇ ਡਾਇਬਟੀਜ਼ ਦੀ, ਸਾਨੂੰ ਜ਼ਿਆਦਾ ਖੁਸ਼ੀ ਹੋਏਗੀ। ਸਤਿ ਸ਼੍ਰੀ ਅਕਾਲ ਜੀ।